ਹੈਲੋ ਫਰੈਂਡਸ, ਮੈਂ ਤੁਹਾਡਾ ਆਪਣਾ ਹੋਸਟ। ਮੈਨੂੰ ਨਹੀਂ ਲੱਗਦਾ ਦੁਨੀਆ ਵਿੱਚ ਕੋਈ ਵੀ ਇੱਦਾਂ ਦਾ ਇਨਸਾਨ ਹੈ ਜੋ ਆਪਣੀ ਜ਼ਿੰਦਗੀ ਸਭ ਤੋਂ ਵਧੀਆ ਜੀਣਾ ਨਹੀਂ ਚਾਹੁੰਦਾ ਹੋਵੇ। ਸਾਡਾ ਕੁਆਲਿਟੀ ਆਫ ਲਿਵਿੰਗ ਮਤਲਬ ਤੁਸੀਂ ਜਿਸ ਕੁਆਲਿਟੀ ਦੀ ਜ਼ਿੰਦਗੀ ਜੀਂਦੇ ਹੋ ਤੁਹਾਡੀ ਓਵਰਆਲ ਖੁਸ਼ੀ ਵਿੱਚ ਯੋਗਦਾਨ ਦਿੰਦੀ ਹੈ। ਪਰ ਅਸੀਂ ਇਹ ਕਿਵੇਂ ਕਰੀਏ ਇਸ ਦੁਨੀਆ ਵਿੱਚ ਜਿੱਥੇ ਇੰਨੀਆਂ ਸਾਰੀਆਂ ਚੀਜ਼ਾਂ ਨੇ, ਸਾਨੂੰ ਸਮਝ ਹੀ ਨਹੀਂ ਆਉਂਦਾ ਕੀ ਕਰਨਾ ਚਾਹੀਦਾ ਹੈ ਔਰ ਕੀ ਨਹੀਂ। ਬਸ ਇਹੀ ਪਰੇਸ਼ਾਨੀ ਨੂੰ ਠੀਕ ਕਰਨ ਵਾਸਤੇ ਆਉਂਦਾ ਹੈ ਤੁਹਾਡੇ ਦਿਮਾਗ ਦਾ ਫੋਕਸ ਯਾਨੀ ਇਕਾਗਰਤਾ। ਸਾਡੀ ਜ਼ਿੰਦਗੀ ਵਿੱਚ ਅਸੀਂ ਆਪਣੇ ਦਿਮਾਗ ਦੀ ਸਾਰੀਆਂ ਪਾਵਰਸ ਦੀ ਬਹੁਤ ਚਰਚਾ ਕਰਦੇ ਹਾਂ। ਐਫਰਮੇਸ਼ਨ ਕਰਿਆ ਕਰੋ, ਸਬਕੌਂਸ਼ੀਅਸ ਮਾਈਂਡ ਵਿਜ਼ੂਅਲਾਈਜ਼ੇਸ਼ਨ ਟੈਕਨੀਕ ਯੂਜ਼ ਕਰੋ ਜਾਂ ਫਿਰ ਲਾ ਆਫ ਅਟਰੈਕਸ਼ਨ 'ਤੇ ਧਿਆਨ ਦਿਓ ਵਗੈਰਾ ਵਗੈਰਾ। ਲੇਕਿਨ ਕੋਈ ਵੀ ਸਪੈਸ਼ਲ ਗੱਲ ਨਹੀਂ ਕਰਦਾ ਕਿ ਫੋਕਸ ਕੀ ਚੀਜ਼ ਹੈ। ਅਗਰ ਤੁਹਾਡੀ ਜ਼ਿੰਦਗੀ ਵਿੱਚ ਫੋਕਸ ਹੈ ਤਾਂ ਗਰੰਟਿਡ ਤੁਸੀਂ ਇੱਕ ਬਹੁਤ ਵਧੀਆ ਜ਼ਿੰਦਗੀ ਜੀ ਸਕਦੇ ਹੋ ਔਰ ਉਹ ਸਭ ਕਰ ਸਕਦੇ ਹੋ ਜੋ ਤੁਸੀਂ ਚਾਹੁੰਦੇ। ਮੈਂ ਸਿਰਫ ਪ੍ਰੋਡਕਟਿਵਿਟੀ ਦੀ ਗੱਲ ਨਹੀਂ ਕਰ ਰਿਹਾ ਬਲਕਿ ਤੁਹਾਡੀ ਪੂਰੀ ਜ਼ਿੰਦਗੀ ਦੀ ਕੁਆਲਿਟੀ ਦੀ ਗੱਲ ਕਰ ਰਿਹਾ। ਵੇਅਰ ਐਵਰ ਫੋਕਸ ਗੋਜ਼ ਐਨਰਜੀ ਫਲੋਜ਼ ਔਰ ਇਟਸ ਵੇਸਟ। ਤੁਹਾਡੀ ਜ਼ਿੰਦਗੀ ਵਿੱਚ ਜਿੱਥੇ ਜਿੱਥੇ ਫੋਕਸ ਹੋਵੇਗਾ ਉੱਥੇ ਤੁਸੀਂ ਸਕਾਰਾਤਮਕ ਬਦਲਾਵ ਜ਼ਰੂਰ ਦੇਖੋਗੇ। ਅਤੇ ਅੱਜ ਅਸੀਂ ਇਸ ਵੀਡੀਓ ਵਿੱਚ ਇਸੇ ਟੌਪਿਕ 'ਤੇ ਗੱਲ ਕਰਾਂਗੇ ਕਿ ਫੋਕਸ ਕੀ ਹੁੰਦਾ ਹੈ ਔਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿਵੇਂ ਥੋੜ੍ਹਾ ਜਿਹਾ ਧਿਆਨ ਦੇ ਕੇ ਬਦਲਾਵ ਕਰ ਸਕਦੇ ਹੋ। ਅਤੇ ਚਲੋ ਅਸੀਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਲਗਾਉਣਾ ਪਵੇਗਾ ਕਿ ਫੋਕਸ ਹੁੰਦਾ ਕੀ ਹੈ। ਸਾਡੀ ਜ਼ਿੰਦਗੀ ਵਿੱਚ ਅਸੀਂ ਕੰਮਾਂ ਨੂੰ ਉਹਨਾਂ ਦੇ ਇੰਪੋਰਟੈਂਸ ਦੇ ਹਿਸਾਬ ਨਾਲ ਪ੍ਰਾਇਓਰਿਟੀ ਦਿੰਦੇ ਹਾਂ ਔਰ ਸਾਡੇ ਫਾਈਨਲ ਗੋਲ ਹਮੇਸ਼ਾ ਇਹੀ ਹੁੰਦਾ ਹੈ ਕਿ ਅਸੀਂ ਇਸ ਜ਼ਿੰਦਗੀ ਵਿੱਚ ਅਸੀਂ ਜਿੰਨੀ ਖੁਸ਼ੀ ਹੋ ਸਕੇ ਉਹ ਐਕਸਪੀਰੀਅੰਸ ਕਰ ਸਕੀਏ ਔਰ ਇੱਕ ਸਕਾਰਾਤਮਕ ਚੇਂਜ ਲੈ ਕੇ ਆਈਏ। ਪਰ ਇੱਥੇ ਪ੍ਰੋਬਲਮ ਇਹ ਹੈ ਕਿ ਖੁਸ਼ੀ ਦੋ ਟਾਈਪ ਦੀ ਹੁੰਦੀ ਹੈ, ਇੱਕ ਸ਼ਾਰਟ ਟਰਮ ਔਰ ਦੂਸਰੀ ਲੌਂਗ ਟਰਮ। ਜਿਵੇਂ ਕਿ ਐਗਜ਼ਾਮਪਲ, ਤੁਸੀਂ ਇੱਕ ਨਿਊ ਕਾਰ ਖਰੀਦੀ ਹੈ ਅਤੇ ਕੁਝ ਹਫ਼ਤਾ ਜਾਂ ਮਹੀਨਾ ਲਈ ਉਹ ਤੁਹਾਨੂੰ ਖੁਸ਼ੀ ਦੇਵੇਗੀ ਜਾਂ ਫਿਰ ਹੌਲੀ ਹੌਲੀ ਤੁਹਾਨੂੰ ਉਸ ਦੀ ਆਦਤ ਹੋਣ ਲੱਗ ਪਵੇਗੀ। ਇਸ ਨੂੰ ਕਹਿੰਦੇ ਨੇ ਦਾ ਲਾਅ ਆਫ ਫੈਮਿਲੈਰਿਟੀ, ਕਿ ਨਿੱਕੀਆਂ ਨਿੱਕੀਆਂ ਚੀਜ਼ਾਂ ਜੋ ਸਾਨੂੰ ਸਪਾਈਕ ਦਿੰਦੀਆਂ, ਹੁਣ ਸਾਡਾ ਦਿਮਾਗ ਉਹਨਾਂ ਦਾ ਆਦੀ ਹੋ ਗਿਆ ਹੈ ਔਰ ਹੁਣ ਇਹ ਜ਼ਿਆਦਾ ਖੁਸ਼ੀ ਨਹੀਂ ਦੇਵੇਗੀ। ਲੇਕਿਨ ਲੌਂਗ ਟਰਮ ਖੁਸ਼ੀ ਉਹ ਹੈ ਜੋ ਸਾਨੂੰ ਉਹ ਕਰਨ 'ਤੇ ਮਿਲਦੀ ਹੈ ਜੋ ਤੁਹਾਡੀ ਜ਼ਿੰਦਗੀ ਦਾ ਮਕਸਦ ਹੈ ਜਾਂ ਪੈਸ਼ਨ ਹੈ। ਅਤੇ ਫੋਕਸ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੀ ਪਾਵਰ ਔਰ ਟਾਈਮ ਦਾ ਕਿੰਨਾ ਯੂਜ਼ ਕਰਦੇ ਹੋ ਕਿ ਤੁਸੀਂ ਸਭ ਤੋਂ ਖੁਸ਼ ਜ਼ਿੰਦਗੀ ਜੀ ਪਾਓ, ਜਿੱਥੇ ਤੁਹਾਨੂੰ ਸ਼ਾਰਟ ਟਰਮ ਔਰ ਲੌਂਗ ਟਰਮ ਦੋਨੋਂ ਖੁਸ਼ੀਆਂ ਮਿਲ ਰਹੀਆਂ ਨੇ ਔਰ ਨਾਲ ਹੀ ਕੁਝ ਸਕਾਰਾਤਮਕ ਚੇਂਜਸ ਲੈ ਆਓ। ਜਿਵੇਂ ਮੈਂ ਕਿਹਾ ਸੀ, ਅੱਜ ਦੇ ਟਾਈਮ ਵਿੱਚ ਇਹ ਕਰਨਾ ਸਭ ਤੋਂ ਮੁਸ਼ਕਿਲ ਹੈ ਔਰ ਉਸ ਦੇ ਪਿੱਛੇ ਵਜ੍ਹਾ ਇਹ ਹੈ ਕਿ ਲੋਕਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ ਅਤੇ ਇਸੇ ਵਾਸਤੇ ਇਹ ਜ਼ਰੂਰੀ ਹੈ ਕਿ ਜ਼ਿਆਦਾਤਰ ਲੋਕਾਂ ਵਾਂਗ ਤੁਸੀਂ ਆਪਣਾ ਫੋਕਸ ਨਾ ਗਵਾਓ। ਹੁਣ ਇਸ ਤੋਂ ਪਹਿਲਾਂ ਅਸੀਂ ਗੱਲ ਕਰੀਏ ਕਿ ਫੋਕਸ ਕਿਵੇਂ ਲਿਆ ਸਕਦੇ ਹਾਂ। ਸਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਫੋਕਸ ਨਹੀਂ ਕਰਨ ਨਾਲ ਕੀ ਹੁੰਦਾ ਹੈ। ਅਤੇ ਫੋਕਸ ਨਹੀਂ ਕਰ ਸਕਣ ਦਾ ਮਤਲਬ ਇਹ ਹੈ ਕਿ ਤੁਸੀਂ ਜੋ ਕੰਮ ਕਰਨਾ ਹੈ ਉਹ ਨਹੀਂ ਕਰ ਪਾ ਰਹੇ ਤੁਹਾਡੀ ਇੱਛਾ ਦੇ ਬਾਵਜੂਦ ਵੀ। ਇਸ ਦੀਆਂ ਦੋ ਇੰਪੋਰਟੈਂਟ ਵਜ੍ਹਾ ਹੋ ਸਕਦੀਆਂ ਨੇ, ਸਟ੍ਰੈਸ ਜਾਂ ਫਿਰ ਡਿਸਟਰੈਕਸ਼ਨ। ਪਰ ਇਹਨਾਂ ਚੀਜ਼ਾਂ ਨੂੰ ਜਿੱਤਣਾ ਬਹੁਤ ਮੁਸ਼ਕਿਲ ਹੈ, ਜੋ ਕਿ ਇੰਨਾ ਵੀ ਮੁਸ਼ਕਿਲ ਨਹੀਂ ਹੈ। ਸਟ੍ਰੈਸ ਇੱਕ ਬਲੈਕ ਹੋਲ ਦੇ ਵਾਂਗ ਤੁਹਾਡਾ ਫੋਕਸ ਔਰ ਅਟੈਂਸ਼ਨ ਆਪਣੇ ਵੱਲ ਖਿੱਚਣ ਲੱਗ ਜਾਂਦਾ ਹੈ ਔਰ ਇਸ ਨਾਲ ਤੁਸੀਂ ਇੰਪੋਰਟੈਂਟ ਕੰਮ 'ਤੇ ਫੋਕਸ ਨਹੀਂ ਕਰ ਪਾਉਂਦੇ। ਇੱਕ ਘੱਟ ਸਟ੍ਰੈਸ ਲੈਣ ਵਾਲਾ ਸਟੂਡੈਂਟ ਉਸ ਤੋਂ ਜ਼ਿਆਦਾ ਇੰਟੈਲੀਜੈਂਟ ਸਟੂਡੈਂਟ ਨੂੰ ਵੀ ਪਿੱਛੇ ਛੱਡ ਸਕਦਾ ਹੈ ਅਗਰ ਉਹ ਇੰਟੈਲੀਜੈਂਟ ਸਟੂਡੈਂਟ ਸਟ੍ਰੈਸ ਲੈਂਦਾ ਹੈ ਤਾਂ। ਅਤੇ ਇਹ ਬਹੁਤ ਇੰਪੋਰਟੈਂਟ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਸਟ੍ਰੈਸ ਨਾ ਲਿਆ ਜਾਏ, ਜਿਸ ਵਾਸਤੇ ਤੁਹਾਨੂੰ ਅੱਗੇ ਦੱਸੇ ਜਾਣ ਵਾਲੇ ਟੈਕਨੀਕਸ ਕੰਮ ਆਉਣਗੇ। ਅੱਜ ਦੇ ਟਾਈਮ ਵਿੱਚ ਇੰਨੀਆਂ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਡਿਸਟਰੈਕਟ ਹੋਣਾ ਸਭ ਤੋਂ ਸੌਖਾ ਕੰਮ ਹੈ। ਗੋਲ ਬਣਾਉਣਾ ਕਿਸ ਨੂੰ ਵਧੀਆ ਨਹੀਂ ਲੱਗਦਾ, ਪਰ ਬਹੁਤ ਲੋਕ ਹੁੰਦੇ ਨੇ ਜੋ ਉਸ ਨੂੰ ਫੋਲੋ ਠੀਕ ਤਰ੍ਹਾਂ ਕਰ ਪਾਉਂਦੇ ਨੇ। ਇਸ ਲਈ ਸਾਡਾ ਦਿਮਾਗ ਕਿਵੇਂ ਕੰਮ ਕਰਦਾ ਹੈ ਉਹ ਸਮਝਣਾ ਪਵੇਗਾ। ਸੋਚੋ ਕਿ ਮੈਂ ਤੁਹਾਡੇ ਸਾਹਮਣੇ ਤੁਹਾਡਾ ਮਨਪਸੰਦ ਖਾਣਾ ਰੱਖ ਦੇਵਾਂ ਤਾਂ ਤੁਹਾਨੂੰ ਉਸ ਨੂੰ ਖਾਣ ਵਾਸਤੇ ਫੋਕਸ ਜਾਂ ਮੋਟੀਵੇਸ਼ਨ ਦੀ ਜ਼ਰੂਰਤ ਨਹੀਂ ਪਵੇਗੀ, ਰਾਈਟ। ਇਹ ਇਸੇ ਲਈ ਕਿਉਂਕਿ ਜਦੋਂ ਅਸੀਂ ਕੋਈ ਐਕਸ਼ਨ ਲੈਂਦੇ ਹਾਂ ਤਾਂ ਸਾਨੂੰ ਜਾਂ ਸਾਡੇ ਦਿਮਾਗ ਨੂੰ ਕਿਸੇ ਵੀ ਤਰ੍ਹਾਂ ਦਾ ਰਿਵਾਰਡ ਯਾਨੀ ਇਨਾਮ ਦਿੰਦਾ ਹੈ ਅਤੇ ਸਾਡਾ ਦਿਮਾਗ ਇਹ ਡੋਪਾਮਾਈਨ ਨਾਮ ਦਾ ਕੈਮੀਕਲ ਰਿਲੀਜ਼ ਕਰਦਾ ਹੈ, ਜਿਸ ਨਾਲ ਅਸੀਂ ਨੈਚੁਰਲੀ ਉਸ ਕੰਮ ਨੂੰ ਕਰਨ ਵਿੱਚ ਜ਼ਿਆਦਾ ਮੋਟੀਵੇਟਡ ਹੁੰਦੇ ਹਾਂ। ਪੁਰਾਣੇ ਜ਼ਮਾਨੇ ਵਿੱਚ ਤੁਹਾਨੂੰ ਕੋਈ ਮਹਾਨ ਕੰਮ ਕਰਨਾ ਪੈਂਦਾ ਸੀ ਜਿਸ ਨਾਲ ਇਹ ਕੈਮੀਕਲ ਤੁਹਾਡੇ ਦਿਮਾਗ ਵਿੱਚ ਰਿਲੀਜ਼ ਹੋ ਸਕਦਾ ਸੀ ਔਰ ਤੁਹਾਨੂੰ ਅਚੀਵਮੈਂਟ ਦੀ ਫੀਲਿੰਗ
ਆਵੇ। ਪਰ ਅੱਜ ਦੇ ਜ਼ਮਾਨੇ ਵਿੱਚ ਇੱਦਾਂ ਰਿਹਾ ਹੀ ਨਹੀਂ। ਨਿੱਕੀਆਂ ਨਿੱਕੀਆਂ ਚੀਜ਼ਾਂ ਸਾਨੂੰ ਡੋਪਾਮਾਈਨ ਦਾ ਡੋਜ਼ ਦੇ ਦਿੰਦੀਆਂ ਨੇ, ਜਿਸ ਨਾਲ ਅਸੀਂ ਐਡਿਕਟਡ ਹੋਣ ਲੱਗ ਜਾਂਦੇ ਹਾਂ। ਅਗਰ ਤੁਸੀਂ ਬੋਰ ਹੋ ਰਹੇ ਹੋ ਤਾਂ ਟੀਵੀ ਦੇਖ ਲਵੋ, ਹੋਰ ਮਿਲ ਗਿਆ ਤੁਹਾਨੂੰ ਡੋਪਾਮਾਈਨ ਦਾ। ਇਹ ਫੇਕ ਨਿਊਜ਼ ਤੁਹਾਡੇ ਤੋਂ ਸਭ ਤੋਂ ਕੀਮਤੀ ਔਰ ਇੰਪੋਰਟੈਂਟ ਚੀਜ਼ ਖੋਣਾ ਚਾਹੁੰਦੇ ਨੇ, ਉਹ ਹੈ ਟਾਈਮ। ਅਤੇ ਤੁਹਾਨੂੰ ਜਾਗਰੂਕਤਾ ਲਿਆਉਣੀ ਪਵੇਗੀ ਕਿ ਤੁਸੀਂ ਜਾਣ ਸਕੋ ਕਿਹੜੀਆਂ ਚੀਜ਼ਾਂ ਤੁਹਾਡਾ ਟਾਈਮ ਵੇਸਟ ਕਰ ਰਹੀਆਂ ਨੇ ਔਰ ਕਿਹੜੀਆਂ ਨਹੀਂ। ਇਸ ਵਾਸਤੇ ਤੁਸੀਂ ਇੱਕ ਨੋਟ ਟੂ ਡੂ ਲਿਸਟ ਬਣਾ ਸਕਦੇ ਹੋ। ਇਹ ਲਿਸਟ ਟੂ ਡੂ ਲਿਸਟ ਦਾ ਉਲਟਾ ਹੁੰਦਾ ਹੈ ਔਰ ਇੱਥੇ ਤੁਸੀਂ ਉਹ ਸਾਰੀਆਂ ਚੀਜ਼ਾਂ ਲਿਖੋਗੇ ਜੋ ਤੁਸੀਂ ਉਸ ਦਿਨ ਨਹੀਂ ਕਰਨੀਆਂ। ਹੁਣ ਅਸੀਂ ਅੱਗੇ ਵਧਦੇ ਹਾਂ ਫੋਕਸ ਦੇ ਇੰਪੋਰਟੈਂਟ ਪਾਰਟ 'ਤੇ, ਔਰ ਉਹ ਹੈ ਤੁਹਾਡੀ ਜ਼ਿੰਦਗੀ ਦਾ ਮਿਸ਼ਨ ਜਾਂ ਵਿਜ਼ਨ ਜਾਂ ਵਜੂਦ। ਤੁਹਾਨੂੰ ਇੱਕ ਵਜੂਦ ਬਣਾਉਣਾ ਪਵੇਗਾ ਕਿਸੇ ਵੀ ਹਾਲਾਤ ਵਿੱਚ, ਤਾਂ ਜੋ ਤੁਹਾਡੇ ਕੋਲ ਇੱਕ ਬਲੂਪ੍ਰਿੰਟ ਹੋ ਸਕੇ ਕਿ ਤੁਹਾਨੂੰ ਲਾਈਫ ਵਿੱਚ ਕੀ ਕਰਨਾ ਹੈ। ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਸਾਡੇ ਕੋਲ ਪਾਵਰ ਔਰ ਟਾਈਮ ਸੀਮਤ ਹੈ ਔਰ ਅਸੀਂ ਇਹਨਾਂ ਸੀਮਤ ਸੋਰਸਸ ਨਾਲ ਸਾਰਾ ਕੁਝ ਨਹੀਂ ਕਰ ਸਕਦੇ। ਤੁਸੀਂ ਹਰ ਇੱਕ ਛੋਟੇ ਡਿਸੀਜਨ ਜੋ ਲਾਈਫ 'ਚ ਲੈਂਦੇ ਹੋ ਉਹ ਤੁਹਾਡੇ ਦਿਮਾਗ ਦੀ ਪਾਵਰ ਦਾ ਯੂਜ਼ ਕਰਦੇ ਨੇ, ਅਤੇ ਤੁਹਾਨੂੰ ਇੱਕ ਤੈਅ ਕਰਨਾ ਪਵੇਗਾ ਕਿ ਉਹ ਪਾਵਰ ਤੁਸੀਂ ਕੰਸਟਰਕਟਿਵਲੀ ਆਪਣੇ ਮਿਸ਼ਨ 'ਤੇ ਹੀ ਖਰਚ ਕਰ ਸਕੋ। ਹਰ ਕਾਮਯਾਬ ਇਨਸਾਨ ਇਸ ਚੀਜ਼ ਦਾ ਬਹੁਤ ਧਿਆਨ ਰੱਖਦਾ ਹੈ। ਜਿਵੇਂ ਮਾਰਕ ਜ਼ੁਕਰਬਰਗ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਹ ਹਰ ਦਿਨ ਇੱਕੋ ਤਰ੍ਹਾਂ ਦੀ ਟੀ-ਸ਼ਰਟ ਇਸ ਲਈ ਪਾਉਂਦੇ ਨੇ ਕਿਉਂਕਿ ਉਹ ਹਰ ਸੁਬਾਹ ਉਹਨਾਂ ਦੇ ਡਿਸੀਜ਼ਨ ਵਿੱਚੋਂ ਇੱਕ ਡਿਸੀਜ਼ਨ ਖਤਮ ਕਰ ਦਿੰਦਾ ਹੈ। ਬਿਲਕੁਲ ਇਸੇ ਤਰ੍ਹਾਂ ਤੁਹਾਨੂੰ ਬਹੁਤ ਵਾਰ ਲੋਕਾਂ ਦੀ ਹੈਲਪ ਕਰਨ ਦਾ ਮਨ ਕਰਦਾ ਹੁੰਦਾ ਹੈ ਇੱਕ ਚੰਗੇ ਇਨਸਾਨ ਹੋਣ ਦੇ ਨਾਤੇ, ਲੇਕਿਨ ਇਹ ਵੀ ਤੁਹਾਡਾ ਫੋਕਸ ਡਾਈਵਰਟ ਕਰ ਸਕਦੀ ਹੈ। ਤੁਹਾਨੂੰ ਇੱਕ ਵੱਡੀ ਵਜ੍ਹਾ ਵਾਸਤੇ ਖੜਾ ਹੋਣਾ ਸਿੱਖਣਾ ਪਵੇਗਾ। ਤੁਹਾਨੂੰ ਨਾਲ ਬੋਲਣਾ ਸਿੱਖਣਾ ਪਵੇਗਾ ਉਹਨਾਂ ਚੀਜ਼ਾਂ ਨੂੰ ਜਾਂ ਉਹਨਾਂ ਲੋਕਾਂ ਨੂੰ ਜੋ ਤੁਹਾਨੂੰ ਤੁਹਾਡੇ ਰਸਤੇ ਤੋਂ ਡਿਸਟਰੈਕਟ ਕਰ ਰਹੇ ਨੇ, ਔਰ ਇਹੀ ਕਰਨ ਵਾਸਤੇ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿਜ਼ਨ ਸਪਸ਼ਟ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਇੱਕ ਐਕਸ਼ਨ ਪ੍ਰਾਇਓਰਟੀ ਲਿਸਟ ਬਣਾਉਣੀ ਵੀ ਇੰਪੋਰਟੈਂਟ ਹੈ। ਇੱਕ ਐਕਸ਼ਨ ਪ੍ਰਾਇਓਰਟੀ ਲਿਸਟ ਉਹ ਹੁੰਦੀ ਹੈ ਜਿੱਥੇ ਤੁਸੀਂ ਆਪਣੇ ਇੱਕ ਦਿਨ ਗੋਲ ਔਰ ਉਹਨਾਂ ਦੀ ਪ੍ਰਾਇਓਰਟੀ ਦੇ ਹਿਸਾਬ ਨਾਲ ਅਰੇਂਜ ਕਰੋਗੇ। ਜੋ ਗੋਲ ਡਾਇਰੈਕਟ ਤੁਹਾਡੇ ਵਿਜ਼ਨ 'ਤੇ ਕੰਮ ਕਰਨ ਵਿੱਚ ਹੈਲਪ ਕਰ ਰਹੇ ਨੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਪ੍ਰਾਇਓਰਟੀ, ਜੋ ਗੋਲ ਇੰਨੇ ਇੰਪੋਰਟੈਂਟ ਨਹੀਂ ਨੇ ਉਹਨਾਂ ਨੂੰ ਲੋ ਪ੍ਰਾਇਓਰਟੀ। ਇਸ ਤਰ੍ਹਾਂ ਕੰਮ ਕਰਨ ਦਾ ਫਾਇਦਾ ਇਹ ਹੈ ਕਿਉਂਕਿ ਅਸੀਂ ਸਾਰੇ ਇਨਸਾਨ ਜਜ਼ਬਾਤਾਂ ਨਾਲ ਕੰਮ ਕਰ ਰਹੇ ਹਾਂ, ਪਰ ਉਹ ਲਿਸਟ ਸਿਰਫ ਫੈਕਟ 'ਤੇ ਡਿਪੈਂਡ ਹੋਵੇਗੀ। ਅੱਜ ਇੰਨੇ ਡਿਸਟਰੈਕਸ਼ਨ ਹੋਣ ਦੀ ਵਜ੍ਹਾ ਨਾਲ ਸਾਡਾ ਦਿਮਾਗ ਅਸੀਂ ਐਵੇਂ ਕੋਡ ਕਰ ਲਿਆ ਹੈ ਕਿ ਅਸੀਂ ਸ਼ੋਰਟ ਟਰਮ ਦੀ ਖੁਸ਼ੀ ਜ਼ਿਆਦਾ ਲੱਭਦੇ ਹਾਂ, ਜਿਵੇਂ ਸੋਸ਼ਲ ਮੀਡੀਆ ਜਾਂ ਕਿਸੇ ਵੀ ਫਰੈਂਡ ਨਾਲ ਗੱਲ ਕਰ ਲੈਣਾ ਵਗੈਰਾ ਵਗੈਰਾ। ਇਹੀ ਸੇਮ ਖੁਸ਼ੀ ਸਾਨੂੰ ਸਾਡੇ ਗੋਲਸ ਕੰਪਲੀਟ ਕਰਨ ਦੇ ਬਾਅਦ ਵੀ ਮਿਲ ਸਕਦੀ ਹੈ, ਲੇਕਿਨ ਸਾਡੀਆਂ ਪ੍ਰਾਇਓਰਟੀਜ਼ ਗਲਤ ਹੁੰਦੀਆਂ ਨੇ ਔਰ ਅਸੀਂ ਸ਼ੋਰਟ ਟਰਮ ਦੀ ਖੁਸ਼ੀ ਦੇ ਪਿੱਛੇ ਆਪਣੀ ਲੌਂਗ ਟਰਮ ਦੀ ਹੋਰ ਵੀ ਵਧੀਆ ਹੈਪੀਨੈਸ ਨੂੰ ਤਿਆਗ ਕਰ ਦਿੰਦੇ ਹਾਂ। ਇਸ ਲਈ ਬੇਸਿਕਲੀ ਹੌਲੀ ਹੌਲੀ ਆਦਤ ਪਾਉਣੀ ਪਵੇਗੀ ਕਿ ਤੁਸੀਂ ਉਸ ਸ਼ੋਰਟ ਟਰਮ ਦੀ ਖੁਸ਼ੀ ਵਾਸਤੇ ਆਪਣੀ ਲੌਂਗ ਟਰਮ ਦੀ ਖੁਸ਼ੀ ਨੂੰ ਨਾ ਤਿਆਗ ਦਿਓ। ਔਰ ਮੈਂ ਦੋਸਤੋ ਤੁਹਾਨੂੰ ਇੱਕ ਜ਼ਿੰਦਗੀ ਦੀ ਐਗਜ਼ੈਂਪਲ ਦਿੰਦਾ ਹਾਂ, ਬਹੁਤ ਹੀ ਆਸਾਨ ਐਗਜ਼ੈਂਪਲ ਹੈ। ਇਮੈਜਿਨ ਕਰੋ ਤੁਹਾਡੀ ਜ਼ਿੰਦਗੀ ਇੱਕ ਜਾਰ ਦੀ ਤਰ੍ਹਾਂ ਹੈ ਔਰ ਇਹ ਵੱਡੇ ਪੱਥਰ ਤੁਹਾਡੀ ਜ਼ਿੰਦਗੀ ਦੇ ਸਭ ਤੋਂ ਇੰਪੋਰਟੈਂਟ ਪ੍ਰਾਇਓਰਟੀ ਨੇ ਜੋ ਤੁਹਾਨੂੰ ਲੌਂਗ ਟਰਮ ਦੀ ਖੁਸ਼ੀ ਦੇਣਗੇ, ਔਰ ਛੋਟ ਪੱਥਰ ਤੁਹਾਡੀ ਮੀਡੀਅਮ ਪ੍ਰਾਇਓਰਟੀਜ਼, ਔਰ ਇਹ ਰੇਤ ਤੁਹਾਡੀ ਸ਼ੋਰਟ ਟਰਮ ਖੁਸ਼ੀ ਹੈ, ਜਿਵੇਂ ਕਿ ਸੋਸ਼ਲ ਮੀਡੀਆ ਜਾਂ ਦੋਸਤਾਂ ਨਾਲ ਗੱਪਾਂ ਮਾਰਨੀਆਂ, ਵੀਡੀਓ ਗੇਮਸ ਖੇਲਣਾ, ਜੋ ਸਭ ਤੋਂ ਲੋ ਪ੍ਰਾਇਓਰਟੀਜ਼ ਨੇ। ਦੋਸਤੋ ਦੇਖੋ ਕੀ ਹੋਵੇਗਾ, ਤੁਸੀਂ ਰੇਤ ਨੂੰ ਇਸ ਜਾਰ ਵਿੱਚ ਸਭ ਤੋਂ ਪਹਿਲਾਂ ਪਾਓਗੇ ਤਾਂ ਦੇਖੋਗੇ ਕਿ ਮੀਡੀਅਮ ਪੱਥਰ ਔਰ ਵੱਡੇ ਪੱਥਰ ਵਾਸਤੇ ਜਾਰ ਵਿੱਚ ਜਗ੍ਹਾ ਨਹੀਂ ਬਚਦੀ। ਪਰ ਕੀ ਹੋਵੇਗਾ ਅਗਰ ਤੁਸੀਂ ਸਭ ਤੋਂ ਪਹਿਲਾਂ ਵੱਡੇ ਪੱਥਰ ਨੂੰ ਜਾਰ ਵਿੱਚ ਪਾਓਗੇ, ਤੁਸੀਂ ਦੇਖੋਗੇ ਇਸ ਜਾਰ ਵਿੱਚ ਹਰ ਇੱਕ ਚੀਜ਼ ਵਾਸਤੇ ਜਗ੍ਹਾ ਬਣ ਗਈ। ਔਰ ਅਗਰ ਥੋੜ੍ਹੀ ਰੇਤ ਬਚ ਜਾਏ ਤਾਂ ਕੀ ਹੋ ਜਾਏਗਾ, ਕੁਝ ਫਰਕ ਨਹੀਂ ਪਵੇਗਾ। ਠੀਕ ਉਵੇਂ ਹੀ ਜਿਵੇਂ ਜੋ ਕੋਈ ਵੀ ਕੰਮ ਤੁਹਾਨੂੰ ਲੌਂਗ ਟਰਮ ਦੇ ਵਿਜ਼ਨ ਨੂੰ ਪੂਰਾ ਕਰਨ ਦੇ ਵਿੱਚ ਸਾਥ ਦੇਵੇਗਾ ਔਰ ਲੌਂਗ ਟਰਮ ਦੀ ਖੁਸ਼ੀ ਦੇਵੇਗਾ, ਉਹਨਾਂ ਨੂੰ ਤੁਹਾਨੂੰ ਸਭ ਤੋਂ ਜ਼ਿਆਦਾ ਪ੍ਰਾਇਓਰਟੀਜ਼ ਦੇਣੀ ਹੈ ਔਰ ਫਿਰ ਕੁਝ ਘੱਟ ਇੰਪੋਰਟੈਂਟ ਕੰਮਾਂ ਨੂੰ, ਔਰ ਐਂਡ 'ਤੇ ਸੋਸ਼ਲ ਮੀਡੀਆ ਔਰ ਗੇਮਸ ਵਗੈਰਾ ਜੋ ਸ਼ੋਰਟ ਟਰਮ ਦੀ ਖੁਸ਼ੀ ਦਿੰਦੇ ਨੇ। ਇਸ ਨੂੰ ਸੌਖਾ ਕਰਨ ਲਈ ਤੁਸੀਂ ਪੋਮੋਡੋਰੋ ਟੈਕਨੀਕ ਯੂਜ਼ ਕਰ ਸਕਦੇ ਹੋ, ਜਿੱਥੇ ਤੁਸੀਂ ਲੰਬੇ 50 ਮਿੰਟ ਦੇ ਸੈਸ਼ਨ ਵਿੱਚ ਕੰਮ ਕਰੋਗੇ ਔਰ ਫਿਰ 10 ਮਿੰਟ ਦੀ ਬ੍ਰੇਕ ਲਵੋਗੇ। ਉਸ ਵਿੱਚ ਤੁਸੀਂ ਕੋਈ ਵੀ ਆਪਣੀ ਮਨਪਸੰਦ ਐਕਟੀਵਿਟੀ ਕਰ ਸਕਦੇ ਹੋ। ਹੁਣ ਇਸ ਵਿੱਚ ਡਿਸਿਪਲਿਨ ਰੱਖਣਾ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਇਸ ਵਿੱਚ ਸਥਿਰ ਰਹੋ ਔਰ ਤੁਸੀਂ ਆਪਣੀ ਬ੍ਰੇਕ ਨੂੰ ਐਕਸੀਡ ਨਾ ਕਰੋ। ਇਸ ਤੋਂ ਇਲਾਵਾ ਤੁਸੀਂ ਆਪਣੇ
ਕੰਮ ਦੇ ਖਤਮ ਹੋਣ ਦੇ ਟਾਈਮ ਰੱਖ ਸਕਦੇ ਹੋ, ਜਿਵੇਂ ਕਿ ਤੁਸੀਂ ਬਸ ਰਾਤ ਦੇ 9 ਵਜੇ ਤੱਕ ਹੀ ਕੰਮ ਕਰੋਗੇ ਜਾਂ ਪੜ੍ਹਾਈ ਕਰੋਗੇ, ਉਸ ਤੋਂ ਬਾਅਦ ਤੁਹਾਡੇ ਉਸ ਦਿਨ ਦੇ ਕੰਮ ਖਤਮ। ਇਸ ਨਾਲ ਬੇਸਿਕਲੀ ਤੁਹਾਨੂੰ ਪਤਾ ਹੋਵੇਗਾ ਕਿ ਉਸ ਦਿਨ ਵਾਸਤੇ ਤੁਹਾਡੇ ਕੋਲ ਲਿਮਿਟਿਡ ਟਾਈਮ ਹੈ, ਤੁਸੀਂ ਆਪਣੇ ਟਾਈਮ ਔਰ ਪਾਵਰ ਦਾ ਵਧੀਆ ਵੇ ਨਾਲ ਯੂਜ਼ ਕਰ ਪਾਓਗੇ। ਬਿਲਕੁਲ ਇਸੇ ਤਰ੍ਹਾਂ ਜਿਵੇਂ ਇੱਕ 100 ਮੀਟਰ ਦੀ ਰੇਸ ਵਿੱਚ ਐਥਲੀਟ ਪੂਰੀ ਤੇਜ਼ੀ ਨਾਲ ਭੱਜਦੇ ਨੇ, ਉਹ ਦੂਸਰੀ ਤਰਫ 40 ਮੀਟਰ ਦੀ ਮੈਰਾਥਨ ਵਿੱਚ ਹੌਲੀ ਹੌਲੀ, ਉਹਨਾਂ ਨੂੰ ਪਤਾ ਹੁੰਦਾ ਹੈ ਕਿ ਉਹਨਾਂ ਦਾ ਐਂਡ ਪੁਆਇੰਟ ਕਿੱਥੇ ਹੈ। ਔਰ ਇਸ ਤਰ੍ਹਾਂ ਤੁਸੀਂ ਲੇਜ਼ਰ ਦੀ ਤਰ੍ਹਾਂ ਇੱਕ ਸ਼ਾਰਪ ਫੋਕਸ ਬਣਾ ਸਕਦੇ ਹੋ। ਔਰ ਦੋਸਤੋ, ਫੋਕਸ ਦੀ ਜ਼ਰੂਰਤ ਸਿਰਫ ਪ੍ਰੋਡਕਟਿਵ ਜਾਂ ਕੰਸਟਰਕਟਿਵ ਹੋਣ ਵਾਸਤੇ ਨਹੀਂ ਹੈ, ਬਲਕਿ ਓਵਰਆਲ ਇੱਕ ਵਧੀਆ ਜ਼ਿੰਦਗੀ ਜੀਣ ਵਾਸਤੇ ਹੈ। wherever focus goes energy flows and positive changes happens।